किसानों ने एक बार फिर तहैया कर लिया हैगा कि केंद्र सरकार ਨੂੰ ਜਵਾਬਦੇਹ ਬਣਾਇਆ ਜਾਊਗਾ। ਕੀ ਹੋ ਕੀ ਰਿਹਾ ਹੈਗਾ ਕਿਸਾਨਾਂ ਨਾਲ? ਕੀ ਤੁਸੀਂ ਤਿਆਰੀ ਕਰ ਰਹੇ ਸੀ? ਕੇਂਦਰ ਸਰਕਾਰ ਨੂੰ ਪਤਾ ਲੱਗ ਗਿਆ, ਇਸੇ ਕਰਕੇ ਸੀਬੀਆਈ ਦੀਆਂ ਰੇਡਾਂ ਪੈਣ ਲੱਗ ਪਈਆਂ। ਪ੍ਰੈਸ ਕਾਨਫਰੰਸ ਕਰਕੇ ਡਿਕਲੇਅਰ ਕੀਤਾ ਕਿ ਬਜਟ ਸੈਸ਼ਨ ਦੌਰਾਨ ਅਸੀਂ ਪਾਰਲੀਮੈਂਟ ਨੂੰ ਘੇਰਾਂਗੇ। ਉਸ ਤੋਂ ਹੀ ਕਹਾ ਬਖਲਾਟ ਚ ਆਏ ਨੇ। ਬਖਲਾਟ ਚ ਆ ਕੇ ਸਾਡੇ ਜਿਹੜੇ ਜ਼ਖਮ ਨੇ ਉਹਨਾਂ ਦੇ ਲੂਣ ਪਾਇਆ ਜਾਂ ਬਲਦੀ ਚ ਤੇਲ ਦਾ ਕੰਮ ਕਰੇਗਾ ਜਿਹੜਾ ਸੀਬੀਆਈ ਦੇ ਛਾਪੇ ਨੇ। 13 ਤਰੀਕ ਨੂੰ ਅਸੀਂ ਹਰ ਜ਼ਿਲ੍ਹਾ ਹੈਡਕੁਆਟਰ ਤੇ ਵੱਡੀ ਪੱਧਰ ਤੇ ਅਰਥੀ ਫੂਕ ਮੁਜ਼ਾਹਰੇ ਕੇਂਦਰ ਸਰਕਾਰ ਦੀ ਅਰਥੀ ਸਾੜਦੇ ਹੋਏ ਮਾਨਯੋਗ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਾਂਗੇ। ਕਰੋਨਾ ਦੀ ਵੀ ਗੱਲ ਕਰੀਏ, ਉਹਦੇ ਵਿੱਚ ਵੀ ਖੇਤੀ ਸੈਕਟਰ ਜਿਹੜਾ ਹੈਗਾ ਮੁਨਾਫੇ 'ਚ ਰਿਹਾ, ਬਾਕੀ ਸਾਰਿਆਂ 'ਚ ਨੁਕਸਾਨ ਹੋਇਆ। ਤੇ ਇਸ ਸੈਕਟਰ ਦੀ ਦਰਕਨਾਰੀ ਕਿਉਂ ਹੋ ਰਹੀ ਤੁਹਾਡੇ ਸਾਹਮਣੇ? ਕੀ ਕਾਰਨ ਕੀ ਲੱਗਦਾ? ਕਿ ਜਿਹੜੀਆਂ ਮਤਲਬ ਮਲਟੀਨੈਸ਼ਨਲ ਕੰਪਨੀਆਂ ਨੇ ਮਨਸੈਂਟੋ ਵਰਗੀਆਂ ਜਾਂ ਵੱਡੀਆਂ, ਉਹਨਾਂ ਦੀ ਪਕੜ ਦੇ ਵਿੱਚ ਉਹਦੇ ਵਿੱਚ ਹੀ ਅਡਾਨੀ ਅਬਾਨੀ ਆ ਜਾਂਦੇ ਨੇ। ਇਸ ਵੇਲੇ ਸਾਡੀ ਕੇਂਦਰ ਸਰਕਾਰ ਜਾਂ ਸਾਡਾ ਮੁੱਖ ਤੌਰ ਤੇ ਪ੍ਰਧਾਨ ਮੰਤਰੀ ਆ, ਉਹਨਾਂ ਦੀ ਜਕੜ ਵਿੱਚ ਆ ਔਰ ਉਹ ਜਿਵੇਂ ਕਹਿੰਦੇ ਨੇ ਉਸ ਢੰਗ ਨਾਲ ਉਹ ਬਜਟ ਤੈਅ ਕਰਦੇ ਨੇ, ਉਹਦੇ ਅਨੁਸਾਰ ਬਜਟ ਬਣਦਾ ਹੈ। ਥੋੜਾ ਜਿਹਾ ਅਚੰਭਾ ਵੀ ਲੱਗਾ ਵੀ 24 ਦੀਆਂ ਚੋਣਾਂ ਨੇੜੇ ਸਨ ਤਾਂ ਇਹ ਇਸ ਵੱਡੇ ਇੱਕ ਘੇਰੇ ਨੂੰ ਪਿੱਛੇ ਕਿਉਂ ਸੁੱਟ ਰਹੀ ਆ। ਜੇ ਸੁੱਟਿਆ ਤਾਂ ਇਹਦੀ ਬਹੁਤ ਵੱਡੀ ਕੀਮਤ ਇਹਨੂੰ ਚੋਣਾਂ 'ਚ ਵੀ ਚੁਕਾਉਣੀ ਪਊਗੀ ਔਰ ਉਸ ਤੋਂ ਪਹਿਲਾਂ ਸਾਡੇ ਸੰਘਰਸ਼ਾਂ ਸਾਹਮਣੇ ਵੀ ਚੁਕਾਉਣੀ ਪਊਗੀ। ਅੱਗੇ 2024 ਦੀਆਂ ਇਲੈਕਸ਼ਨਾਂ ਨੇ ਤਾਂ ਜਿਹੜੇ ਸਿਆਸਤਦਾਨ ਹੁੰਦੇ ਹਮੇਸ਼ਾ ਉਹਨਾਂ ਦੀ ਇਹੀ ਤਵੱਜੋ ਰਹਿੰਦੀ ਹੈ ਕਿ ਵੋਟ ਦੇਖਣੀ ਹੁੰਦੀ ਉਹਨਾਂ ਨੇ। ਤਾਂ ਵੋਟ ਕੀ ਉਹਨਾਂ ਨੇ ਮੰਨ ਲਿਆ ਹੈਗਾ ਕਿ ਅਸੀਂ ਵਪਾਰੀਆਂ ਦੇ ਪੈਸੇ ਦੇ ਨਾਲ ਵੋਟ ਖਰੀਦ ਲੈਣੀ ਹੈ, ਇਸੇ ਕਰਕੇ ਸਾਨੂੰ ਹੁਣ ਕਿਸਾਨਾਂ ਦੇ ਸੈਕਟਰ ਦੀ ਲੋੜ। ਵਪਾਰੀਆਂ ਦੇ ਪੈਸੇ ਨਾਲ ਵੋਟ ਖਰੀਦੀ ਜਾਣੀ ਇੰਡੀਆ ਦੇ ਵਿੱਚ ਥੋੜੀ ਜਿਹੀ ਔਖੀ ਆ। ਵੋਟ ਪੋਲਿਟਿਕਸ ਹਿੰਦੂ ਮੁਸਲਿਮ ਹਿੰਦੂ ਸਿੱਖ ਐਤਕੀ ਉੱਦਾਂ ਦੀ ਕੁਛ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ। ਬਿਲਕੁਲ ਪੂਰੀ ਕੋਸ਼ਿਸ਼ ਹੋ ਰਹੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਕਿਸਾਨਾਂ ਨੇ ਇੱਕ ਵਾਰ ਫਿਰ ਤਹਈਆ ਕਰ ਲਿਆ ਹੈਗਾ ਕਿ ਕੇਂਦਰ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਊਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਕਾਰਵਾਈਆਂ ਅਜਿਹੀਆਂ ਹੋਈਆਂ ਜਿਹਦੇ ਵਿੱਚ ਸਾਫ਼ ਤੌਰ ਤੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਦੱਬਣ ਦੀ, ਡਰਾਉਣ ਦੀ ਤੇ ਧਮਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸੀਬੀਆਈ ਦੇ ਜ਼ਰੀਏ ਰੇਡਾਂ ਮਾਰੀਆਂ ਜਾ ਰਹੀਆਂ ਨੇ, ਪਰ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਾਂਗੇ, ਕਿਉਂਕਿ ਕਿਸਾਨ ਇਹ ਵੀ ਕਹਿ ਰਹੇ ਨੇ ਕਿ ਅਸੀਂ ਕੇਂਦਰ ਪੱਧਰ ਤੇ ਜਾਣੀ ਕਿ ਨੈਸ਼ਨਲ ਪੱਧਰ ਤੇ ਤਿਆਰੀ ਵਿੱਢ ਰਹੇ ਸੀਗੇ ਕਿ ਕੇਂਦਰ ਸਰਕਾਰ ਨੂੰ ਘੇਰਿਆ ਜਾਵੇ। ਤੇ ਇਸੇ ਕਰਕੇ ਹੁਣ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ। ਸਾਡੇ ਨਾਲ ਜਗਮੋਹਨ ਸਿੰਘ ਜੀ ਨੇ ਗੱਲਬਾਤ ਕਰਕੇ ਸਮਝਾਂਗੇ ਕਿ ਆਖਰਕਾਰ ਇਹ ਕਾਰਵਾਈਆਂ ਕਿਉਂ ਹੋ ਰਹੀਆਂ ਤੇ ਇਹਨਾਂ ਨੂੰ ਕਿਸ ਤਰੀਕੇ ਨਾਲ ਅੱਗੇ ਦੇਖ ਰਹੇ ਨੇ, ਤੇ ਹੁਣ 13 ਅਤੇ 20 ਮਾਰਚ ਇਹ ਦਿਨ ਕਿਹੋ ਜਿਹੇ ਰਹਿਣ ਵਾਲੇ ਨੇ। ਜਗਮੋਹਨ ਜੀ, ਕੀ ਹੋ ਕੀ ਰਿਹਾ ਹੈਗਾ ਕਿਸਾਨਾਂ ਨਾਲ? ਕੀ ਤੁਸੀਂ ਤਿਆਰੀ ਕਰ ਰਹੇ ਸੀ? ਕੇਂਦਰ ਸਰਕਾਰ ਨੂੰ ਪਤਾ ਲੱਗ ਗਿਆ, ਇਸੇ ਕਰਕੇ ਸੀਬੀਆਈ ਦੀਆਂ ਰੇਡਾਂ ਪੈਣ ਲੱਗ ਪਈਆਂ ਤੇ ਇਸੇ ਕਰਕੇ ਪ੍ਰੋਗਰਾਮ ਲਿਖਣੇ ਪਏ? ਹਾਂਜੀ ਬਿਲਕੁਲ, ਸਾਡੀ ਮਤਲਬ ਨੈਸ਼ਨਲ ਲੈਵਲ ਦੀ ਮੀਟਿੰਗ ਕੁਰੂਕਸ਼ੇਤਰ ਜਾਟ ਸਭਾ ਦਾ ਜਿਹੜਾ ਉੱਥੇ ਵੱਡਾ ਹੈਡਕੁਆਟਰ ਆ, ਉੱਥੇ ਨੈਸ਼ਨਲ ਲੈਵਲ ਦੀ ਮੀਟਿੰਗ ਹੋਈ 9 ਫਰਵਰੀ ਨੂੰ। ਤੇ ਉਹਦੇ 'ਚ ਪ੍ਰੈਸ ਕਾਨਫਰੰਸ ਕਰਕੇ ਡਿਕਲੇਅਰ ਕੀਤਾ ਕਿ ਬਜਟ ਸੈਸ਼ਨ ਦੌਰਾਨ ਅਸੀਂ ਪਾਰਲੀਮੈਂਟ ਨੂੰ ਘੇਰਾਂਗੇ। ਤਾਂ ਉਹਦੇ ਦੀ ਡੇਟ ਵੀ ਅਨਾਉਂਸ ਕਰਤੇ ਕਿ 20 ਮਾਰਚ ਨੂੰ ਘੇਰਾਂਗੇ। ਉਸ ਤੋਂ ਹੀ ਕਹਾ ਬਖਲਾਟ ਚ ਆਏ ਨੇ। ਬਖਲਾਟ ਚ ਆ ਕੇ ਸਾਡੇ ਜਿਹੜੇ ਜ਼ਖਮ ਨੇ ਉਹਨਾਂ ਦੇ ਲੂਣ ਪਾਇਆ ਜਾਂ ਬਲਦੀ ਚ ਤੇਲ ਦਾ ਕੰਮ ਕਰੇਗਾ ਜਿਹੜਾ ਸੀਬੀਆਈ ਦੇ ਛਾਪੇ ਨੇ। ਉਹ ਵੀ 2 ਇਮਾਨਦਾਰ ਕਿਸਾਨ ਆਗੂਆਂ ਦੇ, ਜਿਨ੍ਹਾਂ ਕੋਲ ਜਿਹੜਾ ਕਿ ਇੱਕ ਫੂਡ ਦਾ ਜਿਹੜਾ ਮਾਮਲਾ ਹੈ ਵੀ ਮਾੜੀ ਫਸਲ ਇੱਥੋਂ ਗਈ ਆ, ਕਣਕ ਜਾਂ ਝੋਨਾ ਜਾਂ ਚਾਵਲ, ਉਹ ਤਾਂ ਸਿਰਫ ਫੂਡ ਏਜੰਸੀਆਂ ਨਾਲ ਜਾਂ ਆੜ੍ਹਤੀਆਂ ਨਾਲ ਜਾਂ ਕਿਸੇ ਲੈਵਲ ਦੇ ਜਿੱਥੇ ਕਿਸੇ ਲੋਡ ਕੀਤੀ ਹੈ ਉਹਨਾਂ ਨਾਲ ਸੰਬੰਧ ਹੋ ਸਕਦਾ। ਉਹਦੇ ਨਾਲ ਤਾਂ ਨਾ ਲੱਖੋਵਾਲ ਦਾ ਨਾ ਹੀ ਬੈਰੂ ਸਾਹਿਬ ਦਾ ਕੋਈ ਸੰਬੰਧ ਨਹੀਂ ਗਾ। ਇਸ ਲਈ ਪੰਜਾਬ ਅੰਦਰ ਇਹ ਜ਼ਰੂਰ ਕਬਲ ਕਿਸਾਨਾਂ ਦੇ ਵਿੱਚ ਆਇਆ ਹੈ, ਹੋਰ ਜੋਸ਼ ਤੇ ਨਾਲ ਗੁੱਸਾ ਆਇਆ ਹੈ। ਇਹਦੇ ਲਈ ਉਹਨਾਂ ਨੇ ਪਹਿਲਾਂ ਕਿਹਾ ਵੀ ਇਹ ਤਾਂ ਅਜੇ ਤਾਂ 20 ਤਾਂ ਦੂਰ ਆ, ਇਹ ਤੋਂ ਪਹਿਲਾਂ ਕਿ ਪੰਜਾਬ 'ਚ ਪ੍ਰੋਗਰਾਮ ਜ਼ਰੂਰ ਕਰੀਏ। ਇਸੇ ਲਈ ਸਾਡੀ ਮੀਟਿੰਗ ਜਿਹੜੀ ਵੱਡੀ ਸ਼ਮੂਲੀਅਤ ਸੀ, ਉਸ ਮੀਟਿੰਗ 'ਚ ਪਾਸ ਹੋਇਆ 13 ਤਰੀਕ ਨੂੰ ਅਸੀਂ ਹਰ ਜ਼ਿਲ੍ਹਾ ਹੈਡਕੁਆਟਰ ਤੇ ਵੱਡੀ ਪੱਧਰ ਤੇ ਅਰਥੀ ਫੂਕ ਮੁਜ਼ਾਹਰੇ ਕੇਂਦਰ ਸਰਕਾਰ ਦੀ ਅਰਥੀ ਸਾੜਦੇ ਹੋਏ ਮਾਨਯੋਗ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਾਂਗੇ। ਡਿਪਟੀ ਕਮਿਸ਼ਨਰ ਦੇ ਰਾਹੀਂ ਰੋਸ ਪ੍ਰਗਟਾਵੇ ਕਰਾਂਗੇ। 13 ਮਾਰਚ ਦੀ ਜ਼ਿਕਰ ਕਰ ਰਹੇ ਹੋ, ਹਰੇਕ ਜ਼ਿਲ੍ਹਾ ਦਫ਼ਤਰ ਤੇ ਤੁਸੀਂ ਜ਼ਿਕਰ ਕਰ ਰਹੇ ਹੋ, ਸਿਰਫ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰੀ ਸਟੇਟਾਂ? ਨਹੀਂ, ਸਿਰਫ ਇਹ ਮਸਲਾ ਪੰਜਾਬ ਨਾਲ ਹੈ। ਸੀਬੀਆਈ ਦੇ ਛਾਪੇ ਸਿਰਫ ਪੰਜਾਬ 'ਚ ਪਏ ਨੇ। ਸਿਰਫ ਖਾਸ ਤੌਰ ਤੇ ਇਸੇ ਗੱਲ ਨਾਲ ਸੰਬੰਧਿਤ ਹੋਊਗਾ ਸੀਬੀਆਈ ਦੇ ਛਾਪੇ ਵਾਲੇ। ਬਾਕੀ ਸਾਡਾ ਪ੍ਰੋਪੇਗੈਂਡਾ ਤਾਂ ਹੈ ਹੀ ਆ, ਉਹਦੇ ਨਾਲ ਤਿਆਰੀ ਵੀ 20 ਨੂੰ ਆਪਾਂ ਵੱਡਾ ਪ੍ਰੋਗਰਾਮ ਕਰਨ ਜਾਣਾ। ਜਿਸ ਤੱਕ ਸਾਡੀ ਨੈਸ਼ਨਲ ਲੈਵਲ ਦੀ ਕਮੇਟੀ ਆ, ਉਹਨੇ ਇਸ ਗੱਲ ਨੂੰ ਐਕਸੈਪਟ ਕਰ ਲਿਆ ਕਿ 20 ਤਰੀਕ ਨੂੰ ਇਹ ਮਸਲਾ ਉੱਥੇ ਪੂਰੇ ਜੋਰ ਸ਼ੋਰ ਨਾਲ ਉਠਾਇਆ ਜਾਊਗਾ। ਇਸ 20 ਮਾਰਚ ਨੂੰ ਉੱਥੇ
ਮਸਲਾ ਵੀ ਉਠਿਆ ਜਾਊਗਾ, ਜਦੋਂ ਕਿ ਜਿਹੜੇ ਹੋਰ ਮਸਲੇ ਨੇ ਉਹ ਇਹ ਤੋਂ ਵੱਡੇ ਨੇ ਵੈਸੇ। ਜੇ ਅਸੀਂ 20 ਮਾਰਚ ਦਾ ਜ਼ਿਕਰ ਕਰੀਏ, 20 ਮਾਰਚ ਦੀ ਤਿਆਰੀ ਕਿਸ ਤਰੀਕੇ ਦੀ ਹੈਗੀ, ਕਿੱਧਰ ਨੂੰ ਕੂਚ ਕਰਨੀ ਹੈਗੀ, ਕਿੱਥੇ ਜਥੇਬੰਦੀਆਂ ਇਕੱਠੀਆਂ ਹੋਣਗੀਆਂ, ਕਿਸ ਤਰੀਕੇ ਨਾਲ ਅੱਗੇ ਜਾ ਕੇ ਮੋਰਚਾ ਲਾਉਣਾ? ਜੋ ਪ੍ਰੋਟੋਕੋਲ ਹੈ ਜੀ, ਪਹਿਲਾਂ ਸਾਡੀਆਂ ਐਪਲੀਕੇਸ਼ਨਾਂ ਵਗੈਰਾ ਗਈਆਂ ਨੇ ਵੀ ਸਾਨੂੰ ਥਾਂ ਨਿਸ਼ਚਿਤ ਕੀਤੀ ਜਾਵੇ, ਰਾਮਲੀਲਾ ਗਰਾਊਂਡ ਤੋਂ ਜੰਤਰ ਮੰਤਰ ਤੱਕ ਅਕਾਊਂਟ ਤੇ ਮਾਰਚ ਕਰਨ ਦਿੱਤਾ ਜਾਵੇ, ਰਾਮਲੀਲਾ ਗਰਾਊਂਡ ਸਾਨੂੰ ਪਹਿਲਾਂ ਬੈਠਣ ਲਈ ਥਾਂ ਦਿੱਤੀ ਜਾਵੇ। ਉਹਦੇ ਤੇ ਅਜੇ ਤੱਕ ਕੋਈ ਰਿਐਕਸ਼ਨ ਨਹੀਂ ਆਇਆ। ਜਿਹੜਾ ਦਿੱਲੀ ਕਮਿਸ਼ਨਰ ACP ਵਗੈਰਾ ਉਹਨੂੰ ਐਪਲੀਕੇਸ਼ਨ ਦਿੱਤੀ ਆ, ਨਹੀਂ ਤਾਂ ਫਿਰ ਸਾਡਾ ਆਪਣਾ ਹੁੰਦਾ ਗੁਰਦੁਆਰੇ ਸਾਡੀਆਂ 18 ਹੁੰਦੀਆਂ ਨੇ, ਬੰਗਲਾ ਸਾਹਿਬ ਹੈ, ਸੀਸਗੰਜ ਹੈ ਜਾਂ ਮਜਨੂਆ ਟਿੱਲਾ, ਉੱਥੇ ਅਸੀਂ ਜਾਵਾਂਗੇ। ਦੂਸਰੇ ਸਟੇਟਾਂ ਦੇ ਜਿਹੜੇ ਆਉਣਗੇ ਉਹਨਾਂ ਨੂੰ ਵੀ ਉੱਥੇ ਸੰਭਾਲਾਂਗੇ। ਉਦੋਂ ਬਾਅਦ ਅਸੀਂ ਆਪਣੇ ਆਪ ਉਹਦਾ ਲਾਈਨ ਐਕਸ਼ਨ ਤੈਅ ਕਰਾਂਗੇ। ਵੱਖ-ਵੱਖ ਥਾਂ ਤੋਂ ਮੁਜ਼ਾਹਰੇ ਆ ਕੇ ਪਾਰਲੀਮੈਂਟ ਸਟਰੀਟ ਵਾਲੇ ਪਾਸੇ ਨੂੰ ਤੇਜ਼ੀ ਨਾਲ ਲੈ ਕੇ ਜਾਵਾਂਗੇ। ਜਗਮੋਹਨ ਜੀ, ਬੜੀ ਸਮਝਣ ਵਾਲੀ ਗੱਲ ਹੈ ਕਿ ਆਖਿਰਕਾਰ ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਬਜਟ ਦੀ ਵੀ ਗੱਲ ਕਰ ਲਈਏ, ਉਹਦੇ ਵਿੱਚ ਵੀ ਕਿਸਾਨੀ ਜਿਹੜਾ ਸੈਕਟਰ ਹੈਗਾ ਉਹਦੀ ਦਰਕਨਾਰੀ ਹੋਈ ਹੈ। ਜਿਸ ਤਰੀਕੇ ਨਾਲ ਕਿਸਾਨਾਂ ਨੂੰ ਬਹੁਤ ਸਾਰੀਆਂ ਆਸਾਂ ਸੀ, ਸ਼ਾਇਦ ਅੰਦੋਲਨ ਤੋਂ ਬਾਅਦ ਸਰਕਾਰ ਕੁਝ ਵੱਡੇ ਫੈਸਲੇ ਕਰੇ ਕਿਸਾਨਾਂ ਦੇ ਹੱਕ ਦੇ ਵਿੱਚ, ਉੱਦਾਂ ਦੇ ਫੈਸਲੇ ਨਹੀਂ ਹੋਏ। ਹਾਲਾਂਕਿ ਹਰੀ ਕ੍ਰਾਂਤੀ ਦੀ ਥਾਂ ਵਾਈਟ ਰੈਵੋਲੂਸ਼ਨ ਦਾ ਜ਼ਿਕਰ ਚੱਲ ਰਿਹਾ ਸੀਗਾ ਉਸ ਬਜਟ ਦੇ ਵਿੱਚ ਵੀ। ਲੱਗ ਕੀ ਰਿਹਾ ਹੈਗਾ, ਜਿਹੜੇ ਸੂਬੇ ਦੇ ਵਿੱਚ ਖੇਤੀ ਇੱਕ ਵੱਡਾ ਸੈਕਟਰ ਹੈਗਾ, ਜੇ ਅਸੀਂ ਕਰੋਨਾ ਦੀ ਵੀ ਗੱਲ ਕਰੀਏ ਉਹਦੇ ਵਿੱਚ ਵੀ ਖੇਤੀ ਸੈਕਟਰ ਜਿਹੜਾ ਹੈਗਾ ਮੁਨਾਫੇ 'ਚ ਰਿਹਾ, ਬਾਕੀ ਸਾਰਿਆਂ 'ਚ ਨੁਕਸਾਨ ਹੋਇਆ। ਤੇ ਇਸ ਸੈਕਟਰ ਦੀ ਦਰਕਨਾਰੀ ਕਿਉਂ ਹੋ ਰਹੀ ਤੁਹਾਡੇ ਹਿਸਾਬ ਨਾਲ, ਕੀ ਕਾਰਨ ਕੀ ਲੱਗ ਰਿਹਾ? ਕਾਰਨ ਦਾ ਸਾਨੂੰ ਤਾਂ ਸਾਫ਼ ਤੌਰ 'ਤੇ ਲੱਗ ਰਿਹਾ ਕਿ ਜਿਹੜੀਆਂ ਮਤਲਬ ਮਲਟੀਨੈਸ਼ਨਲ ਕੰਪਨੀਆਂ ਨੇ, ਮਨਸੈਂਟੋ ਵਰਗੀਆਂ ਜਾਂ ਵੱਡੀਆਂ, ਉਹਨਾਂ ਦੀ ਪਕੜ ਦੇ ਵਿੱਚ ਉਹਦੇ ਵਿੱਚ ਹੀ ਅਡਾਨੀ ਅਬਾਨੀ ਆ ਜਾਂਦੇ ਨੇ। ਇਸ ਵੇਲੇ ਸਾਡੀ ਕੇਂਦਰ ਸਰਕਾਰ ਜਾਂ ਸਾਡਾ ਮੁੱਖ ਤੌਰ 'ਤੇ ਪ੍ਰਧਾਨ ਮੰਤਰੀ ਆ, ਉਹਨਾਂ ਦੀ ਜਕੜ ਵਿੱਚ ਆ, ਔਰ ਉਹ ਜਿਵੇਂ ਕਹਿੰਦੇ ਨੇ ਉਸ ਢੰਗ ਨਾਲ ਉਹ ਬਜਟ ਤੈਅ ਕਰਦੇ ਨੇ, ਉਹਦੇ ਅਨੁਸਾਰ ਬਜਟ ਬਣਦਾ ਹੈ। ਔਰ ਇਹ ਟੋਟਲ ਸਾਮਰਾਜ ਤੋਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਵੱਲੋਂ ਬਣਾਇਆ ਗਿਆ ਬਜਟ ਆ। ਇਹਦੇ ਵਿੱਚ ਜਿਹੜਾ 65% ਪਾਪੂਲੇਸ਼ਨ ਜਿਹੜੀ ਪਿੰਡਾਂ ਵਿੱਚ ਰਹਿੰਦੀ ਹੈ ਉਹਨਾਂ ਲਈ ਕੱਖ ਨਹੀਂ ਦੇਣਾ, ਸਗੋਂ ਮਾਈਨਸ ਕਰਨਾ। ਜੇ ਕੋਈ ਜਨਤਕ ਵੰਡ ਪ੍ਰਣਾਲੀ ਦੇ ਵਿੱਚ ਵੀ ਜਿਹਨੇ ਬਜਟ ਮਾਈਨਸ ਕਰਤਾ, ਜਦੋਂ ਪਾਪੂਲੇਸ਼ਨ ਤਾਂ ਵੱਧ ਰਹੀ ਆ, ਤਾਂ ਉਹ ਜੋ ਜਨਤਕ ਵੰਡ ਪ੍ਰਣਾਲੀ ਲਈ ਹੀ ਸਾਡੇ ਕੋਲੋਂ ਇਹ ਅਨਾਜ ਪੈਦਾ ਕਰਵਾਇਆ ਆਉਣਾ ਸ਼ੁਰੂ ਕੀਤਾ ਸੀ ਅੱਜ ਤੋਂ 40 ਸਾਲ ਪਹਿਲਾਂ। ਉਹਦੇ ਲਈ ਸਾਡੇ ਕੋਲ ਅਨਾਜ ਵੀ ਘੱਟ ਖਰੀਦਣਗੇ। ਪੱਕੀ ਗੱਲ, ਟਾਰਗੇਟ ਪਰਚੇਜ MSP ਤੇ ਵੀ ਆਊਗੀ। MSP ਜਿੰਨਾ ਚਿਰ ਗਰੰਟੀ ਨਹੀਂ ਹੁੰਦੀ ਵੀ ਜੋ ਵੀ ਫਸਲ ਹੋਊਗੀ ਉਹ 23 ਫਸਲਾਂ ਜਿਨ੍ਹਾਂ ਦੇ ਫਸਲ ਐਲਾਨ ਕੀਤੇ ਨੇ ਉਹ ਅਸੀਂ ਪੂਰੇ ਰੇਟ ਤੇ ਹਰ ਮੰਡੀ 'ਚੋਂ ਸਾਡੀਆਂ ਫੂਡ ਗ੍ਰੇਨ ਏਜੰਸੀਆਂ ਚੱਕਣਗੀਆਂ, ਉਹਨਾਂ ਚਿਰ ਸਾਡਾ ਸੰਘਰਸ਼ ਰੁਕਣ ਵਾਲਾ ਨਹੀਂਗਾ ਔਰ ਸੰਘਰਸ਼ ਚੱਲਦਾ ਰਹੇਗਾ। ਐਤਕੀ ਬਿਲਕੁਲ ਦਰਕਰਾਰ ਕੀਤਾ ਗਿਆ ਖੇਤੀ ਖੇਤਰ ਨੂੰ, ਖੇਤ ਮਜ਼ਦੂਰਾਂ ਨੂੰ, ਕਿਸਾਨਾਂ ਨੂੰ। ਔਰ ਬਹੁਤ ਹੀ ਮਤਲਬ ਇਹ ਸਾਨੂੰ ਮਤਲਬ ਇਸ ਤਰ੍ਹਾਂ ਲੱਗੀ, ਥੋੜ੍ਹਾ ਜਿਹਾ ਅਚੰਭਾ ਵੀ ਲੱਗਾ ਵੀ 24 ਦੀਆਂ ਚੋਣਾਂ ਨੇੜੇ ਸਨ ਤਾਂ ਇਹ ਇਸ ਵੱਡੇ ਇੱਕ ਘੇਰੇ ਨੂੰ ਪਿੱਛੇ ਕਿਉਂ ਸੁੱਟ ਰਹੀ ਆ। ਜੇ ਸੁੱਟਿਆ ਤਾਂ ਇਹਦੀ ਬਹੁਤ ਵੱਡੀ ਕੀਮਤ ਇਹਨੂੰ ਚੋਣਾਂ 'ਚ ਵੀ ਚੁਕਾਉਣੀ ਪਊਗੀ ਔਰ ਉਸ ਤੋਂ ਪਹਿਲਾਂ ਸਾਡੇ ਸੰਘਰਸ਼ਾਂ ਸਾਹਮਣੇ ਵੀ ਚੁਕਾਉਣੀ ਪਊਗੀ। ਬੜੀ ਅਹਿਮ ਗੱਲ ਦਾ ਜ਼ਿਕਰ ਕੀਤਾ ਕਿ ਆਬਾਦੀ ਵੱਧ ਰਹੀ ਹੈ ਪਰ ਖੇਤੀ ਸੈਕਟਰ ਨੂੰ ਦਰਕਨਾਰ ਕੀਤਾ ਗਿਆ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਖੇਤੀ ਸੈਕਟਰ ਜਿਹਦਾ, ਕਿਉਂਕਿ ਅਨਾਜ ਦੀ ਤਾਂ ਡਿਮਾਂਡ ਵਧੇਗੀ, ਜਿਸ ਤਰੀਕੇ ਨਾਲ ਲੋਕਾਂ ਨੂੰ ਲੋੜ ਪਵੇਗੀ ਅਨਾਜ ਦੀ, ਉਸੇ ਤਰ੍ਹਾਂ ਡਿਮਾਂਡ ਵਧੇਗੀ ਤਾਂ ਉਸ ਸਪਲਾਈ ਵੀ ਵਧੇਗੀ। ਪਰ ਇਹ ਤੁਹਾਨੂੰ ਲੱਗਦਾ ਕਿ ਹੁਣ ਸਿੱਧੇ ਤੌਰ ਤੇ ਉਹਨਾਂ ਨੇ ਤਹਈਆ ਕਰ ਲਿਆ ਹੈਗਾ ਜਾਂ ਕੋਸ਼ਿਸ਼ ਇੱਧਰਲੇ ਪਾਸੇ ਨੂੰ ਉਲੀਕ ਲਈ ਹੈਗੀ ਕਿ ਜਿਸ ਤਰੀਕੇ ਨਾਲ ਤੁਸੀਂ ਵੱਡੇ ਸੈਕਟਰਾਂ ਦੀ ਗੱਲ ਕੀਤੀ, ਵੱਡੇ ਵਪਾਰੀਆਂ ਦੀ ਗੱਲ ਕੀਤੀ, ਕਿ ਉਹਨਾਂ ਨੂੰ ਹੀ ਦੇਣੀ ਹੈਗੀ ਸਾਰਾ ਕੁਝ, ਇਸੇ ਕਰਕੇ ਕਿਸਾਨਾਂ ਨੂੰ ਦਰਕਨਾਰੀ ਤੇ ਉੱਧਰਲੇ ਪਾਸੇ ਨੂੰ ਮੁਨਾਫੇ? ਬਿਲਕੁਲ ਉਹਨਾਂ ਨੇ ਕਰ ਲਿਆ ਉਸ, ਕਿਉਂਕਿ ਉਹ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਝਲਕ ਆ, ਇਸ ਜਿਹੜੇ 3 ਕਾਨੂੰਨ ਅਸੀਂ ਰੱਦ ਕਰਾਇਆ, ਉਹਨਾਂ ਰੱਦ ਕਾਨੂੰਨਾਂ ਦੇ ਪੱਖੀ ਬਜਟ ਦੇ ਵਿੱਚ ਝਲਕ ਦਿਖਦੀ ਆ। ਕਿਉਂਕਿ ਉਹ ਉਹਨਾਂ ਦਾ ਇਹੀ ਸੀ ਵੀ ਖੇਤੀ ਤੋਂ ਵਿਰਵੇ ਹੋਣ ਕਿਸਾਨ, ਜਿਹੜੇ ਗਰੀਬ ਕਿਸਾਨ ਨੇ, ਛੋਟੇ ਕਿਸਾਨ ਨੇ, ਉਹ ਆਪਦੀ ਜ਼ਮੀਨ ਵੇਚ ਕੇ ਵਿਹਲੇ ਹੋ ਜਾਣ ਤੇ ਵੱਡਿਆਂ ਕੋਲ ਇਕੱਠੀ ਹੋਵੇ, ਫਿਰ ਮਲਟੀਨੈਸ਼ਨਲ ਕੰਪਨੀਆਂ ਕੰਟਰੈਕਟ ਤੇ ਲੈਣ ਤੇ ਉਹ ਆਪਣੀ ਖੇਤੀ ਕਰਨ। ਇਸ ਪਾਸੇ ਨੂੰ ਉਹਨਾਂ ਨੇ ਆਪਦਾ ਰਾਹ ਪੱਧਰਾ ਕਰਨ ਲਈ ਹੀ ਬਜਟ ਉਹਦਾ ਇੱਕ ਸ਼ੁਰੂਆਤੀ ਹਿੱਸਾ ਹੈ। ਜਗਮੋਹਨ ਜੀ, ਤੁਸੀਂ ਕਿਉਂਕਿ ਲੰਮੇ ਸਮੇਂ ਤੋਂ ਇਸ ਪੂਰੇ ਤਾਣੇ ਬਾਣੇ ਨੂੰ ਦੇਖ ਰਹੇ ਹੋ, ਸਮਝ ਰਹੇ ਹੋ, ਰਿਸਰਚਾਂ ਵੀ ਕਰ ਰਹੇ ਹੋ, ਨਾਲ ਦੀ ਨਾਲ ਅਖਬਾਰਾਂ ਦੇ ਵਿੱਚ ਵੀ ਲੇਖ ਜਾਂਦੇ ਨੇ, ਤਾਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਨਾਲ ਦੀ ਨਾਲ ਦੇਖਦੇ ਰਹੇ ਹੋ। ਇੱਕ ਵੱਡਾ ਸੈਕਟਰ ਕਿਸਾਨਾਂ ਦਾ ਜੁੜਿਆ ਹੈ, ਖਾਸ ਕਰਕੇ ਪੰਜਾਬ ਦੇ ਵਿੱਚ, ਤੇ ਨਾਲ ਦੀ ਨਾਲ ਬਾਕੀ ਸੂਬਿਆਂ ਦੀ ਵੀ ਗੱਲ ਕਰੀਏ ਉਹਦੇ ਵਿੱਚ ਵੀ ਵੱਡੇ ਪੱਧਰ ਤੇ ਕਿਸਾਨ ਹੈਗੇ ਨੇ। ਇਸ ਸੈਕਟਰ ਨੂੰ ਜਾਂ ਇਹਨਾਂ ਦੀ ਆਬਾਦੀ ਨੂੰ ਜਾਂ ਇਹਨਾਂ ਦੀ ਵੋਟ ਨੂੰ ਦਰਕਨਾਰ ਕੀਤਾ ਜਾ ਰਿਹਾ, ਇਗਨੋਰ ਕੀਤਾ ਜਾ ਰਿਹਾ। ਅੱਗੇ 2024 ਦੀਆਂ ਇਲੈਕਸ਼ਨਾਂ ਨੇ ਤਾਂ ਜਿਹੜੇ ਸਿਆਸਤਦਾਨ ਹੁੰਦੇ ਹਮੇਸ਼ਾ ਉਹਨਾਂ ਦੀ ਇਹੀ ਤਵੱਜੋ ਰਹਿੰਦੀ ਹੈ ਕਿ ਵੋਟ ਦੇਖਣੀ ਹੁੰਦੀ ਉਹਨਾਂ ਨੇ। ਤਾਂ ਵੋਟ ਕੀ ਉਹਨਾਂ ਨੇ ਮੰਨ ਲਿਆ ਹੈਗਾ ਕਿ ਅਸੀਂ ਵਪਾਰੀਆਂ ਦੇ ਪੈਸੇ ਦੇ ਨਾਲ ਵੋਟ ਖਰੀਦ ਲੈਣੀ ਹੈ, ਇਸੇ ਕਰਕੇ ਸਾਨੂੰ ਹੁਣ ਕਿਸਾਨਾਂ ਦੇ ਸੈਕਟਰ ਦੀ ਲੋੜ ਨਹੀਂ ਹੈਗੀ? ਨਹੀਂ, ਇਹ ਗੱਲ ਨਹੀਂ ਗੀ ਵਪਾਰੀਆਂ ਦੇ ਪੈਸੇ ਨਾਲ ਵੋਟ ਖਰੀਦੀ ਜਾਣੀ ਇੰਡੀਆ ਦੇ ਵਿੱਚ ਥੋੜ੍ਹੀ ਜਿਹੀ ਔਖੀ ਆ। ਇਹ ਇੱਕ ਫੈਕਟਰ ਹੈਗਾ, ਪਰ ਮਹੱਤਵਪੂਰਨ ਫੈਕਟਰ ਇਹ ਆ ਕਿ ਏਜੰਡਾ ਜਿਹੜਾ ਉਹ ਕਮਿਊਨਲ ਆਏਗਾ। ਏਜੰਡਾ ਚਾਹੇ ਮਤਲਬ ਰਾਜਸਥਾਨ ਦੇ 2 ਮੁਸਲਮਾਨ ਹਰਿਆਣੇ ਦੇ ਵਿੱਚ ਲਿਆ ਕੇ ਮਾਰੇ ਜਾਣ ਗਊ ਰੱਖੇ ਕੇ ਵੱਲੋਂ, ਚਾਹੇ ਮਤਲਬ ਉਹ ਕਿਸੇ ਕਿਸਮ ਦਾ ਪੰਜਾਬ ਦੇ ਵਿੱਚ ਕੋਈ ਹੋਰ ਆਵੇ ਖਾਲਿਸਤਾਨ ਵਾਲਾ, ਇਹ ਜਿਹੜਾ ਏਜੰਡਾ ਉਹਨੂੰ ਨਾ ਸੈਂਟਰ ਗੌਰਮੈਂਟ ਰੋਕ ਰਹੀ ਹੈ ਨਾ ਸੈਂਟਰ ਗੌਰਮੈਂਟ ਰੋਕ ਰਹੀ ਹੈ, ਕੋਈ ਰੈਸ਼ਨਲ ਜਾਂ ਲੌਜੀਕਲ ਟੱਕਰਾ ਨਹੀਂ ਲੈ ਰਹੀ। ਇਸ ਕਰਕੇ ਮਤਲਬ ਇਹ ਕਮਿਊਨਲ ਏਜੰਡੇ 'ਤੇ ਚੋਣਾਂ ਹੋਣਗੀਆਂ। ਉਹਦੇ ਵਿੱਚ ਇਹਨਾਂ ਨੂੰ ਹਿੰਦੂਆਂ ਦੀ ਬਹੁਤ ਸੰਮਤੀ ਹੈ, ਉਹਨਾਂ ਨੂੰ ਆਸ ਹੈ ਵੀ ਸਾਨੂੰ ਹਿੰਦੂਆਂ ਦੀ ਵੋਟ ਚਾਹੀਦੀ ਆ, ਸਾਨੂੰ ਕਿਸਾਨ ਦੀ ਜਾਂ ਮਜ਼ਦੂਰ ਦੀ ਜਾਂ ਮਤਲਬ ਕਿਸੇ ਹੋਰ ਵਪਾਰੀ ਦੀ ਵੋਟ ਨਹੀਂ ਚਾਹੀਦੀ, ਸਾਨੂੰ ਹਿੰਦੂਆਂ ਦੀ ਵੋਟ ਚਾਹੀਦੀ ਆ।
ਅਸੀਂ ਜਨਤਾ ਨੂੰ ਵੀ ਤੁਹਾਡੇ ਜਰੀਏ ਅਪੀਲ ਕਰਦੇ ਆ ਵੀ ਆਪਾਂ ਹਿੰਦੂ ਸਿੱਖ ਨਾ ਬਣੀਏ, ਹਿੰਦੂ ਸਿੱਖ ਮੁਸਲਮਾਨ ਸਾਰੇ ਇਕਜੁੱਟ ਹੋਈਏ। ਜਿਹੜੀ ਆਪਣਾ ਅਸਲ ਤਬਕਾ ਹੈ, ਜਿਸ ਆਪਾਂ ਕਿੱਤੇ ਨਾਲ ਸੰਬੰਧਿਤ ਆਪਾਂ ਕਿਸਾਨ, ਮਜ਼ਦੂਰ, ਵਪਾਰੀ ਜਾਂ ਛੋਟਾ ਦੁਕਾਨਦਾਰ ਜਾਂ ਛੋਟਾ ਕਿੱਤੇ ਵਾਲਾ ਜਾਂ ਛੋਟਾ ਮੁਲਾਜ਼ਮ, ਉਹ ਬਣ ਕੇ ਇਕਜੁੱਟ ਹੋ ਕੇ ਲੜਾਈ ਲੜੀਏ। ਉਹਦੇ ਲਈ ਸਾਡੀਆਂ ਕੋਸ਼ਿਸ਼ਾਂ ਜਾਰੀ ਨੇ। ਉਹ ਲੜਾਈ ਹੋਰ ਵੀ ਅੱਗੇ ਆਉਣ ਵਾਲੇ ਸਮੇਂ ਤਿੱਖੀ ਕਰਾਂਗੇ। ਇਹ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਕਿਤੇ ਨਾ ਕਿਤੇ ਜਿੱਦਾਂ ਵੋਟਾਂ ਤੋਂ ਪਹਿਲਾਂ ਤਿਆਰੀ ਕਰ ਲਈ ਜਾਂਦੀ ਹੈ ਸਰਕਾਰਾਂ ਦੇ ਵੱਲੋਂ, ਜਾਂ ਜਿਹੜੀਆਂ ਵੀ ਸਿਆਸੀ ਧਿਰਾਂ ਹੁੰਦੀਆਂ ਕਿ ਆਪਣੇ ਵੱਲੋਂ ਲੋਕਾਂ ਨੂੰ ਕਿਹੜਿਆਂ ਨੂੰ ਭੁਗਤਾਉਣਾ ਹੈਗਾ, ਉਹ ਏਜੰਡਾ ਸੈੱਟ ਕਰ ਲਿਆ ਜਾਂਦਾ। ਲੱਗਦਾ ਜੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਤਾਂ ਉਹ ਸਾਫ਼ ਤੌਰ ਤੇ ਤਸਵੀਰ ਝਲਕ ਰਹੀ ਹੈ ਇੱਥੇ ਹਾਲਾਤ ਖਰਾਬ ਕਰਕੇ, ਤਾਂ ਉਹੀ ਵੋਟ ਪੋਲਿਟਿਕਸ, ਹਿੰਦੂ ਮੁਸਲਿਮ, ਹਿੰਦੂ ਸਿੱਖ, ਐਤਕੀ ਉੱਦਾਂ ਦੀ ਕੁਛ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ। ਬਿਲਕੁਲ ਪੂਰੀ ਕੋਸ਼ਿਸ਼ ਹੋ ਰਹੀ ਆ। ਇਹ ਹੁਣ ਨਿਰਭਰ ਕਰਦਾ ਹੈ ਕਿ ਜਿਹੜੇ ਲੋਕ ਜਿਹੜੇ ਨੇ ਸੈਕੂਲਰ ਨੇ, ਉਹ ਲੋਕ ਕਿੰਨੀ ਕੁ ਆਵਾਜ਼ ਬੁਲੰਦ ਕਰਦੇ ਨੇ, ਕਿੰਨਾ ਕੁ ਪ੍ਰੈਸ਼ਰ ਬਣਦੇ ਨੇ ਸਟੇਟ ਗੌਰਮੈਂਟ ਤੇ ਸੈਂਟਰ ਗੌਰਮੈਂਟ ਤੇ, ਤਾਂ ਜੋ ਇਸ ਵੱਧ ਰਹੇ ਜਿਹੜਾ ਕਮਿਊਨਲ ਹੈਗਾ ਉਹਨੂੰ ਰੋਕ ਪਾ ਸਕਣ। ਇੱਕ ਆਖਰੀ ਸਵਾਲ, ਜਿਸ ਤਰੀਕੇ ਨਾਲ ਤੁਸੀਂ 13 ਮਾਰਚ ਨੂੰ ਆਪਣੇ ਤੌਰ ਤੇ ਡਿਸਟ੍ਰਿਕਟ ਜ਼ਿਲ੍ਹਾ ਹੈੱਡਕੁਆਟਰਾਂ ਤੇ ਪ੍ਰੋਟੈਸਟ ਕਰਨਾ ਹੈਗਾ, ਤਾਂ ਦੂਸਰੇ ਪਾਸੇ 5 ਜਥੇਬੰਦੀਆਂ ਕਿਸਾਨਾਂ ਦੀਆਂ, ਉਹਨਾਂ ਨੇ ਕਿਹਾ ਕਿ ਅਸੀਂ ਉਸ ਦਿਨ ਬੰਗਲਾ ਸਾਹਿਬ ਤੋਂ ਕੂਚ ਕਰਨੀ ਹੈ ਦਿੱਲੀ ਦੇ ਸਦਨ ਦੇ ਵੱਲਾਂ, ਤਾਂ ਉਹਨਾਂ ਨੇ ਆਪਣਾ ਪ੍ਰੋਗਰਾਮ ਦਿੱਤਾ ਹੋਇਆ। ਇਹ ਅਲੱਗ-ਅਲੱਗ ਕੋਸ਼ਿਸ਼ਾਂ ਕਿਉਂ, ਇਕੱਠਿਆਂ ਦੀ ਕੋਸ਼ਿਸ਼ ਕਿਉਂ ਨਹੀਂ ਹੈਗੀ ਇੱਥੇ? ਕਿ ਅਲੱਗ-ਅਲੱਗ ਮਸਲੇ ਇਸ ਕਰਕੇ, ਜਾਂ ਵਿਚਾਰਕ ਤੌਰ ਤੇ ਚਰਚਾ ਨਹੀਂ ਹੋਈ ਆਪਸ ਨਹੀਂ, ਇਹ ਮਿਸਅੰਡਰਸਟੈਂਡ ਕਰਿਆ ਕਿ ਕਿਤੇ ਚਰਚਾ ਨਹੀਂ ਹੋਈ। ਜਦੋਂ ਕਿ ਅਜੇ 5 ਕਿਸਾਨ ਜਥੇਬੰਦੀਆਂ ਦੇ ਜਿਹੜੇ ਪ੍ਰਮੁੱਖ ਆਗੂ ਨੇ ਰਾਜੇਵਾਲ ਸਾਹਿਬ, ਉਹਨਾਂ ਦੀ ਦੁਬਾਰਾ ਸੰਯੁਕਤ ਕਿਸਾਨ ਮੋਰਚੇ 'ਚ ਆਉਣ ਦੀ ਇੱਛਾ ਹੈ ਤੇ ਸਾਡੀ ਕਮੇਟੀ ਵੀ ਬਣੀ ਜਿਹੜੀ ਉਹਨਾਂ ਨਾਲ ਗੱਲਬਾਤ ਕਰੂਗੀ। ਸਾਨੂੰ ਆਸ ਲੱਗਦੀ ਹੈ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੀ ਮਿਸਅੰਡਰਸਟੈਂਡਿੰਗ ਹੋਊਗੀ। ਬਾਈ ਚਾਂਸ ਹੀ ਹੋ ਗਿਆ, ਡੇਟਾ ਕਲੈਸ਼ ਕਰ ਗਿਆ, ਪਰ ਅਸੀਂ ਹੁਣ ਪ੍ਰੋਗਰਾਮ ਦੇ ਚੁੱਕੇ ਹਾਂ, ਉਹ ਵੀ ਪ੍ਰੋਗਰਾਮ ਦੇ ਚੁੱਕੇ ਨੇ। ਦੋਨੋਂ ਆਪਣੇ ਬਲਬੂਤੇ ਪ੍ਰੋਗਰਾਮ ਕਰਨਗੇ। ਉਸਨੇ 32 ਕਿਸਾਨ ਜਥੇਬੰਦੀ ਦੀਆਂ ਜਿਹੜੀ ਉਹ 5 ਕਿਸਾਨ ਜਥੇਬੰਦੀਆਂ ਹਿੱਸਾ ਹੈ ਨਹੀਂਆਂ, ਹਿੱਸਾ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਉਹਨਾਂ ਵੱਲੋਂ ਵੀ ਹਾਂ ਪੱਖੀ ਹੰਗਾਰਾ ਹੈ। ਆਉਣ ਵਾਲੇ ਸਮੇਂ 'ਚ ਅਸੀਂ ਇੱਕੋ ਹੀ ਤਰੀਕ ਨਿਸ਼ਚਿਤ ਕਰਿਆ ਕਰਾਂਗੇ। ਧੰਨਵਾਦ ਜੀ। ਜਗਮੋਹਨ ਸਿੰਘ ਜੀ, ਜਿਨ੍ਹਾਂ ਨੇ ਬੜੇ ਵਿਭਾਗ ਢੰਗ ਦੇ ਨਾਲ ਦੱਸਿਆ ਹੈਗਾ ਕਿ ਕਿਉਂ ਆਖਰਕਾਰ ਕਿਸਾਨਾਂ ਨੂੰ ਇੱਕ ਵਾਰ ਫਿਰ ਸੰਘਰਸ਼ ਦਾ ਰਾਹ ਉਲੀਕਣਾ ਪੈ ਰਿਹਾ ਹੈਗਾ। ਹਾਲਾਂਕਿ ਇੱਕ ਦਿਨ ਦਾ ਇਹ ਸੰਘਰਸ਼ ਰੱਖਿਆ ਜਾ ਰਿਹਾ ਹੈਗਾ। 13 ਮਾਰਚ ਨੂੰ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਣਗੇ ਤੇ 20 ਮਾਰਚ ਨੂੰ ਇਹ ਦਿੱਲੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਤੇ ਸਰਕਾਰ ਅੱਗੇ ਆਪਣੀ ਮੰਗ ਰੱਖਣਗੇ। ਫਿਲਹਾਲ ਕੇਂਦਰ ਦੀ ਸਰਕਾਰ ਦਾ ਰਵੱਈਆ ਕੀ ਰਹਿਣ ਵਾਲਾ ਹੈਗਾ, ਕਿਉਂਕਿ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਧੱਕੇਸ਼ਾਹੀ ਹੋ ਰਹੀ ਹੈ, CBI ਦੀਆਂ ਰੇਡਾਂ ਪਵਾਈਆਂ ਜਾ ਰਹੀਆਂ ਤੇ ਆਪਣੇ ਆਪ ਦੇ ਵਿੱਚ ਚਿੰਤਾ ਦੀ ਗੱਲ। ਫਿਲਹਾਲ ਇਹ ਚਿੰਤਾ ਦੇ ਵਿੱਚੋਂ ਚਿੰਤਨ ਜਿਹੜਾ ਕੀਤਾ ਜਾ ਰਿਹਾ ਕਿ ਉਸ ਦਾ ਕੋਈ ਨਤੀਜਾ ਨਿਕਲੇਗਾ, ਕੇਂਦਰ ਸਰਕਾਰ ਕੀ ਕੰਮ ਕਰ ਰਹੀ ਹੈ ਜਾਂ ਕਿਸ ਤਰੀਕੇ ਨਾਲ ਐਕਸ਼ਨ ਕਰ ਰਹੀ ਹੈ ਕਿ ਉਹਨਾਂ ਨੂੰ ਠੱਲ ਪਵੇਗੀ, ਤਾਂ ਬਹੁਤ ਵੱਡੇ ਸਵਾਲ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਜ਼ਰੂਰ ਸਾਂਝੇ ਕਰੋ। ਇੱਥੇ ਤੁਹਾਡੇ ਤੋਂ ਅਗਲ ਲੈਣੀ ਹੈ। ਬਹੁਤ ਬਹੁਤ ਧੰਨਵਾਦ।